ਪੰਜਾਬੀ ਰੇਡੀਓ ਜੁਆ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨਾ ਜੀ। ਕੁਝ ਕੁ ਖਬਰਾਂ 'ਤੇ ਨਿਗਾਹ ਮਾਰਾਂਗੇ। ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਟ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਰਣਵੀਰ ਸਿੰਘ ਰਾਣਾ, ਲਾਲੀ ਸਿੱਧੂ ਜੀ ਪਿਕਰਸਵੀਲ, ਜਗਤਾਰ ਸਿੰਘ ਅਨੰਦਪੁਰੀ ਫਰੀਮੌਟ, ਬਲਰਾਜ ਕੌਰ ਸਹੋਤਾ ਸਲਮਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੁਲਭੂਸ਼ਣ ਜਾਧਵ, ਜੋ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਆ, ਤੇ ਉਸ ਦਾ ਫੈਸਲਾ ਆ ਸਕਦਾ 17 ਜੁਲਾਈ ਨੂੰ। ਜੀ ਐਕਚੁਅਲੀ ਇਹ ਕਹਿ ਲਓ ਕਿ ਕਾਫੀ ਹੈ ਤਾਂ ਹੁਣ ਤੱਕ ਕਈ ਮਹੀਨੇ ਜਿਹੜਾ ਜੀ ਉਹ ਪੁਰਾਣਾ ਇਹ ਮਸਲਾ ਹੈ, ਕਿਉਂਕਿ ਜਿਹੜਾ ਕੁਲਭੂਸ਼ਣ ਸੀਗਾ ਜੀ, ਇਹਨੂੰ ਪਾਕਿਸਤਾਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਪਾਕਿਸਤਾਨ ਦੇ ਵੱਲੋਂ ਇਹ ਆਖਿਆ ਗਿਆ ਸੀਗਾ ਕਿ ਜਸੂਸੀ ਕਰਦਾ ਇਹ ਫੜਿਆ ਗਿਆ, ਜਦੋਂ ਕਿ ਭਾਰਤ ਜਿਹੜਾ ਉਹ ਲਗਾਤਾਰ ਇਨਕਾਰ ਇਸ ਗੱਲ ਨੂੰ ਲੈ ਕੇ ਜਿਹੜਾ ਜੀ ਉਹ ਕਰਦਾ ਰਿਹਾ ਕਿ ਕੁਲਭੂਸ਼ਣ ਜਿਹੜਾ ਉਹਦੇ ਵਾਸਤੇ ਜਸੂਸੀ ਕਰਦਾ ਸੀ। ਉਹ ਕਹਿੰਦਾ ਕਿ ਉਹਦੇ ਸੁਰੱਖਿਆ ਫੋਰਸ ਦੇ ਵਿੱਚ ਉਹ ਜੋਬ ਜ਼ਰੂਰ ਕਰਦਾ ਰਿਹਾ, ਪਰ ਉਹ ਇਸ ਨੌਕਰੀ ਨੂੰ ਛੱਡ ਗਿਆ ਸੀਗਾ। ਕੁਲਭੂਸ਼ਣ ਜਾਧਵ ਮਾਮਲੇ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਜਿਹੜੀ ਕੋਰਟ ਹੈਗੀ ਆ ਜੀ, ਉਹਦਾ ਹੁਣ 17 ਜੁਲਾਈ ਨੂੰ ਇਹਦੇ ਸੰਬੰਧੀ ਜਿਹੜਾ ਜੀ ਉਹ ਫੈਸਲਾ ਆਊਗਾ। ਕੁਲਭੂਸ਼ਣ ਜਾਧਵ ਮਾਮਲੇ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਅਦਾਲਤ ਹੈ, ਉਹਨੇ ਇਹਦੇ ਉੱਤੇ ਸੁਣਵਾਈ ਜਿਹੜੀ ਹੈ ਜੀ ਉਹ ਸਾਰੀ ਕੰਪਲੀਟ ਕਰ ਲਈ ਹੈ। ਇਸ ਮਾਮਲੇ ਦੇ ਲੈ ਕੇ ਫੈਸਲੇ ਲੈ ਕੇ ਜੀ ਮੀਡੀਆ ਰਿਪੋਰਟਾਂ ਦੇ ਉੱਤੇ ਵਿਦੇਸ਼ ਮੰਤਰਾਲਾ ਜਿਹੜਾ ਜੀ ਭਾਰਤ ਦਾ, ਉਹਨੇ ਇਹ ਗੱਲ ਕਹੀ ਆ ਕਿ ਇਸ ਮਾਮਲੇ 'ਚ ਜ਼ੁਬਾਨੀ ਬੇਨਤੀਆਂ ਪੂਰੀਆਂ ਹੋ ਗਈਆਂ ਨੇ ਔਰ ਫੈਸਲੇ ਦਾ ਐਲਾਨ ਜਿਹੜਾ ਉਹ ਇੰਟਰਨੈਸ਼ਨਲ ਅਦਾਲਤ ਦੇ ਵੱਲੋਂ ਕਿਸੇ ਸਮੇਂ ਵੀ ਕੀਤਾ ਜਾ ਸਕਦਾ ਹੈ ਔਰ ਇਹਦੀ ਜਿਹੜੀ ਤਰੀਕ ਹੈ ਉਹਦੇ ਵੱਲੋਂ ਹੀ ਇਹਦਾ ਜਿਹੜਾ ਜੀ ਐਲਾਨ ਕੀਤਾ ਜਾਊਗਾ। ਪਾਕਿਸਤਾਨੀ ਫੌਜ ਦੀ ਅਦਾਲਤ ਨੇ April 17 ਦੇ ਵਿੱਚ ਜਸੂਸੀ ਤੇ ਅੱਤਵਾਦ ਦੇ ਦੋਸ਼ਾਂ ਤੇ ਜਿਹੜਾ ਭਾਰਤੀ ਨਾਗਰਿਕ ਸੀਗਾ ਕੁਲਭੂਸ਼ਣ ਜਾਧਵ, ਉਹਨੂੰ ਮੌਤ ਦੀ ਸਜ਼ਾ ਸੁਣਾਈ ਸੀਗੀ ਔਰ ਭਾਰਤ ਨੇ ਇਹਦੇ ਖਿਲਾਫ ਉਸੇ ਸਾਲ ਮਈ ਮਹੀਨੇ ਦੇ ਵਿੱਚ ICJ ਦੇ ਵਿੱਚ ਅਪੀਲ ਕੀਤੀ ਸੀਗੀ। ਇਹਦੇ 10 ਮੈਂਬਰੀ ਬੈਂਚ ਨੇ 18 ਮਈ 17 ਦੇ ਵਿੱਚ ਪਾਕਿਸਤਾਨ ਨੂੰ ਇਸ ਮਾਮਲੇ ਦੇ ਵਿੱਚ ਅਦਾਲਤੀ ਫੈਸਲਾ ਆਉਣ ਤੱਕ ਕੁਲਭੂਸ਼ਣ ਜਾਧਵ ਜਿਹੜਾ ਸੀਗਾ ਉਹਨੂੰ ਕਿਸੇ ਤਰ੍ਹਾਂ ਦੀ ਸਜ਼ਾ ਜਿਹੜੀ ਆ ਉਹ ਦੇਣ ਤੋਂ ਉਹਦੇ ਉੱਤੇ ਰੋਕ ਲਾਈ ਸੀ ਕਿ ਅਜੇ ਜਿਹੜਾ ਭਾਰਤ ਹੈ ਉਹ ਮਾਫ਼ ਕਰਨਾ ਜਿਹੜਾ ਪਾਕਿਸਤਾਨ ਹੈ ਉਹ ਇਹਦੇ ਉੱਤੇ ਕਿਸੇ ਕਿਸਮ ਦੀ ਕੋਈ ਜਿਹੜਾ ਦੀ ਫੈਸਲਾ ਨਾ ਲਵੇ, ਕਿਉਂਕਿ ਇਹ ਮਾਮਲਾ ਜਿਹੜਾ ਜੀ ਦੋਵਾਂ ਮੁਲਕਾਂ ਦੇ ਸਬੰਧਾਂ ਦੇ ਨਾਲ ਵੀ ਸਿੱਧਾ ਜੁੜਿਆ ਹੋਇਆ ਤੇ ਇਹਦੇ ਨਾਲ ਜਿਹੜਾ ਜੀ ਕਿਹੋ ਜਿਹੇ ਸਬੰਧ ਜਿਹੜੇ ਉਹ ਪੈਂਦੇ ਨੇ। ਔਰ ਭਾਰਤ ਤੇ ਪਾਕਿਸਤਾਨ ਦੇ ਜਿਹੜੇ ਸਬੰਧ ਹੈ ਉਹ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਪੁਲਵਾਮਾ ਦੇ ਵਿੱਚ ਹੋਏ ਜਿਹੜਾ ਅਟੈਕ ਸੀਗਾ ਸੁਰੱਖਿਆ ਫੋਰਸਿਸ ਦੇ ਉੱਤੇ, ਉਦੋਂ ਬਾਅਦ ਬੇਹੱਦ ਖਰਾਬ ਜਿਹੜੇ ਉਹ ਹੋ ਗਏ ਸੀਗੇ ਔਰ ਸਭ ਨੂੰ ਪਤਾ ਹੈ ਉਹਦੇ ਬਾਰੇ ਦੇ ਵਿੱਚ ਕਿ ਅਜੇ ਵੀ ਜਿਹੜੀ ਟੈਨਸ਼ਨ ਹੈ ਉਹ ਦੋਵਾਂ ਮੁਲਕਾਂ ਦੇ ਵਿਚਾਲੇ ਜਿਹੜੇ ਉਹ ਚੱਲੀ ਜਾਂਦੀ ਹੈ। ਸੋ ਬੜਾ ਇਹ ਅਹਿਮ ਰਹੂਗਾ ਕਿ 17 ਜੁਲਾਈ ਨੂੰ ਕਿਹੋ ਜਿਹਾ ਫੈਸਲਾ ਜਿਹੜਾ ਉਹ ਆਉਂਦਾ ਔਰ ਇਹ ਦੋਨਾਂ ਮੁਲਕਾਂ ਦੇ ਭਵਿੱਖ ਦੇ ਜਿਹੜੇ ਸੰਬੰਧ ਹੋਣਗੇ ਉਹਦੀ ਵੀ ਇੱਕ ਕਿਸਮ ਦੇ ਨਾਲ ਜਿਹੜੀ ਦਿਸ਼ਾ ਆ ਉਹ ਤੈਅ ਕਰੂਗਾ। ਬਿਲਕੁਲ ਨਾਲ ਲੱਗਦੀ ਗੱਲ ਫਿਰ ਪਾਕਿਸਤਾਨ ਦੀ ਕਰਦੇ ਆ ਕਿ ਇੱਥੇ 1000 ਸਾਲ ਪੁਰਾਣਾ ਜਿਹੜਾ ਮੰਦਿਰ ਆ ਉਹ ਖੋਲ੍ਹਣ ਦਾ ਫੈਸਲਾ ਹੋਇਆ। ਇਹ ਬੜਾ ਅਹਿਮ ਫੈਸਲਾ ਹੈ ਜੀ, ਕਿਉਂਕਿ ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਵੱਲੋਂ ਜਿਹੜੇ ਇਹ ਫੈਸਲੇ ਕੀਤੇ ਜਾ ਰਹੇ ਨੇ, ਕਿਸੇ ਨੂੰ ਹੋ ਸਕਦਾ ਕਿ ਉਹ ਲੱਗਦਾ ਹੋਵੇ ਕਿ ਮਹਿਜ਼ ਟੂਰਿਜ਼ਮ ਦੇ ਨਾਲ ਜੁੜੇ ਹੋਏ ਜਿਹੜੇ ਇਸ਼ੂ ਨੇ, ਪਰ ਸ਼ਾਇਦ ਜਿਹੜਾ ਪਾਕਿਸਤਾਨ ਹੈ ਜੀ ਉਹਦੇ ਪ੍ਰਧਾਨ ਮੰਤਰੀ ਉਹਦੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਣ ਚੁੱਕਿਆ ਜਿਹੜਾ ਅਕਸ ਹੈ ਪਾਕਿਸਤਾਨ ਦਾ, ਉਹਨੂੰ ਸੁਧਾਰਨ ਦੇ ਯਤਨਾਂ ਦੇ ਵਿੱਚ ਨੇ। ਕਿਉਂਕਿ ਜੇ ਆਪਾਂ ਕਰਤਾਰਪੁਰ ਲਾਂਘੇ ਦੀ ਜਿਹੜੀ ਜੀ ਗੱਲ ਕਰੀਏ ਅੱਗੇ ਚੱਲ ਕੇ ਉਹਦੀ ਡਿਟੇਲ ਆਪਾਂ ਗੱਲ ਕਰਦੇ ਹਾਂ, ਉਦੋਂ ਤੋਂ ਲੈ ਕੇ ਪਾਕਿਸਤਾਨ ਜਿਹੜਾ ਜੀ ਉਹ ਇਸ ਸੰਬੰਧ ਦੇ ਵਿੱਚ ਕੋਈ ਨਾ ਕੋਈ ਫੈਸਲਾ ਜਿਹੜਾ ਜੀ ਉਹ ਕਰੀ ਜਾ ਰਿਹਾ। ਹੁਣ ਇਹ ਸਿਆਲਕੋਟ ਦੇ ਵਿੱਚ ਸਥਿਤ ਜਿਹੜਾ ਇੱਕ ਤਾਂ ਗੁਰਦੁਆਰਾ ਬਾਬੇ ਕੀ ਬੇਰ ਆ, ਉੱਥੇ ਉਹਨੂੰ ਖੋਲ੍ਹਣ ਦਾ ਐਲਾਨ ਕੀਤਾ ਸੀਗਾ। ਹੁਣ 1000 ਸਾਲ ਪੁਰਾਣਾ ਸ਼ਿਵਾਲਾ ਤੇਜਾ ਸਿੰਘ ਮੰਦਿਰ ਜਿਹੜਾ ਜੀ ਉਹਨੂੰ ਖੋਲ੍ਹ ਦਿੱਤਾ ਗਿਆ। ਇਹਦੇ ਨਾਲ ਹੀ ਪਾਕਿਸਤਾਨ ਨੇ ਇਹ ਵੀ ਐਲਾਨ ਕੀਤਾ ਕਿ ਗੁਰਦੁਆਰਾ ਬਾਬੇ ਕੀ ਬੇਰ ਤੇ ਸ਼ਿਵਾਲਾ ਤੇਜਾ ਸਿੰਘ ਮੰਦਿਰ ਜਿਹੜਾ ਇਹਨੂੰ ਪੱਕੇ ਰੂਪ ਦੇ ਵਿੱਚ ਖੁੱਲ੍ਹਾ ਰੱਖਿਆ ਜਾਊਗਾ, ਟੈਂਪਰੇਰੀ ਨਹੀਂ ਇਹ ਜਿਹੜਾ ਜੀ ਉਹ ਖੁੱਲ੍ਹਾ ਰੱਖਿਆ ਇਹ ਜਾਊਗਾ।
1947 ਦੇ ਵਿੱਚ ਜਦੋਂ ਮੁਲਕ ਦਾ ਬਟਵਾਰਾ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਹ ਸ਼ਿਵਾਲਾ ਬੰਦ ਕਰ ਦਿੱਤਾ ਗਿਆ ਸੀਗਾ ਔਰ ਇਹਦੇ ਦੌਰਾਨ ਜਿਹੜੇ ਹਿੰਦੂ ਭਾਈਚਾਰਾ ਸੀਗਾ ਜੀ ਉਹ ਉੱਥੋਂ ਪਲਾਇਨ ਕਰਕੇ ਕਿਉਂਕਿ ਆ ਗਿਆ ਸੀਗਾ ਭਾਰਤ ਵਾਲੀ ਸਾਈਡ ਦੇ ਉੱਤੇ ਤੇ ਇਹ ਵੀਰਾਨ ਹੋ ਗਿਆ ਸੀਗਾ। 1992 ਦੇ ਵਿੱਚ ਜਦੋਂ ਅਯੁੱਧਿਆ ਦੇ ਵਿੱਚ ਬਾਬਰੀ ਮਸਜਿਦ ਵਾਲਾ ਵਿਵਾਦ ਜਿਹੜਾ ਭਖਿਆ ਤਾਂ ਉਦੋਂ ਜਿਹੜੇ ਪਾਕਿਸਤਾਨ ਦੇ ਵਿੱਚ ਰਹਿੰਦੇ ਕੱਟੜਪੰਥੀਏ ਨੇ ਉਹਨਾਂ ਨੇ ਇਸ ਸ਼ਿਵਾਲੇ ਨੂੰ ਬੰਬ ਦੇ ਨਾਲ ਇੱਕ ਹਿੱਸਾ ਜਿਹੜਾ ਸੀਗਾ ਜੀ ਉਹਦਾ ਉਡਾ ਦਿੱਤਾ ਸੀਗਾ ਔਰ ਇਹਦੀ ਬਿਲਡਿੰਗ ਨੂੰ ਵੀ ਕੁਝ ਨੁਕਸਾਨ ਜਿਹੜਾ ਉਹ ਪਹੁੰਚਿਆ ਸੀਗਾ ਔਰ ਉਸ ਤੋਂ ਬਾਅਦ ਜਿਹੜਾ ਹਿੰਦੂ ਭਾਈਚਾਰਾ ਪਹਿਲਾਂ ਗਾਹੇ ਬਗਾਹੇ ਇੱਥੇ ਜਾਂਦਾ ਸੀ ਉਸ ਤੋਂ ਬਾਅਦ ਉਹ ਜਾਣਾ ਬੰਦ ਹੋ ਗਿਆ ਸੀਗਾ। ਜਿਹੜਾ ਹਿੰਦੂ ਸੰਗਠਨ ਨੇ ਵੀ ਕੁਝ ਉਹ ਮੰਗ ਕਰਦੇ ਰਹੇ ਆ ਕਿ ਇਸ ਸ਼ਿਵਾਲੇ ਨੂੰ ਮੁੜ ਕੇ ਖੋਲਿਆ ਜਿਹੜਾ ਦੀ ਉਹ ਜਾਵੇ। ਹੁਣ ਜਿਹੜੀ ਪਾਕਿਸਤਾਨ ਦੀ ਸਰਕਾਰ ਹੈ ਉਹਨੇ ਇਹ ਮੰਗ ਜਿਹੜੀ ਜੀ ਇੱਕ ਕਿਸਮ ਦੇ ਨਾਲ ਪ੍ਰਵਾਨ ਕੀਤੀ ਹੈ। ਪ੍ਰਵਾਨ ਹੀ ਨਹੀਂ ਕੀਤੀ ਬਲਕਿ ਇਹ ਜਿਹੜਾ ਸ਼ਿਵਾਲਾ ਇਹਦੇ ਉੱਤੇ 50 ਲੱਖ ਰੁਪਈਆ ਖਰਚਣ ਦੀ ਗੱਲ ਜਿਹੜੀ ਜੀ ਉਹਨੇ ਆਖੀ ਹੈ ਇਹਦੀ ਰਿਪੇਅਰ ਵਗੈਰਾ ਦੇ ਵਾਸਤੇ। ਜਿਹੜਾ ਬੋਰਡ ਇੱਥੇ ਬਣਿਆ ਹੋਇਆ ਉਹਦੇ ਚੇਅਰਮੈਨ ਜਿਹੜੇ ਡਾਕਟਰ ਅਮੀਰ ਅਹਿਮਦ ਹੈ ਉਹਨੇ ਇਹ ਗੱਲ ਕਹੀ ਹੈ ਕਿ ਇਹਦੀ ਰਿਪੇਅਰ ਬਹੁਤ ਛੇਤੀ ਸ਼ੁਰੂ ਜਿਹੜੀ ਜੀ ਉਹ ਕਰਤੀ ਜਾਊਗੀ। ਉਹਨਾਂ ਨੇ ਇਹ ਵੀ ਕਿਹਾ ਕਿ ਮੰਦਿਰ ਦੇ ਜਿਹੜੇ ਬਚੇ ਹੋਏ ਹਿੱਸੇ ਆ ਉਹ ਮਜ਼ਬੂਤ ਆ, ਇਹਦੀ ਛੱਤ ਜਿਹੜੀਆਂ ਇਹਦੇ ਵਿੱਚ ਬਣੀਆਂ ਗੁਫਾਵਾਂ ਪਿੱਲਰ ਜਿਹੜੇ ਨੇ ਉਹਨਾਂ ਨੂੰ ਕੁਝ ਰਿਪੇਅਰ ਦੀ ਜ਼ਰੂਰਤ ਹੋਊਗੀ ਜਿਹੜੀ ਕਿ ਛੇਤੀ ਕਰਵਾ ਦਿੱਤੀ ਜਾਊਗੀ। ਇਹ ਸ਼ਿਵਾਲਾ ਜਿਹੜਾ ਜੀ ਇੱਕ ਪੁਰਾਤਨ ਸ਼ਿਵਾਲਾ ਹੈ। ਕੋਈ 1000 ਸਾਲ ਪਹਿਲਾਂ 10ਵੀਂ ਸਦੀ ਦੇ ਵਿੱਚ ਜਦੋਂ ਖੁਜਰਾਹੋ ਸਣੇ ਦੱਖਣੀ ਭਾਰਤ ਦੇ ਵਿੱਚ ਮੰਦਿਰਾਂ ਦਾ ਨਿਰਮਾਣ ਹੋਇਆ ਸੀਗਾ ਤਾਂ ਉਦੋਂ ਸ਼ਿਵਾਲਾ ਤੇਜਾ ਸਿੰਘ ਵੀ ਇਹਨਾਂ ਭਾਰਤੀ ਮੰਦਿਰਾਂ ਦੇ ਜਿਹੜੀ ਸੀਗਾ ਜੀ ਕਲਾ ਦਾ ਇੱਕ ਨਮੂਨਾ ਹੈ। ਇਹ ਜਿਹੜਾ ਸ਼ਿਵਾਲਾ ਜੀ ਇਹਦੇ ਪਿੱਲਰ ਗੁੰਬਦ ਤੋਂ ਲੈ ਕੇ ਛੱਤਾਂ ਦੇ ਉੱਤੇ ਖਾਸ ਕਿਸਮ ਦੀ ਜਿਹੜੀ ਚਿੱਤਰਕਾਰੀ ਆ ਉਹ ਕੀਤੀ ਹੋਈ ਆ ਔਰ ਇਹ ਵੀ ਕਿਹਾ ਜਾ ਰਿਹਾ ਕਿ ਇਹ ਧਾਰਮਿਕ ਸਥਾਨ ਹੀ ਨਹੀਂ ਬਲਕਿ ਜਿਹੜੇ ਵਿਜ਼ਿਟਰ ਨੇ ਆਉਣਗੇ ਜਿਹੜੇ ਵੱਖ-ਵੱਖ ਮੁਲਕਾਂ ਤੋਂ ਵੀ ਉਹ ਇਹਨੂੰ ਵੇਖਣਾ ਜਿਹੜਾ ਦੀ ਉਹ ਚਾਹਣਗੇ ਕਿਉਂਕਿ ਇਹ ਬਿਹਤਰੀਨ ਕਲਾ ਦਾ ਇੱਕ ਜਿਹੜਾ ਦੀ ਉਹ ਨਮੂਨਾ ਹੈ ਜਿੱਥੇ ਹੱਥ ਦੇ ਨਾਲ ਜਿਹੜੀ ਪੇਂਟਿੰਗਸ ਵਗੈਰਾ ਅਜੇ ਵੀ ਕੀਤੀਆਂ ਹੋਈਆਂ ਨੇ ਔਰ ਬਹੁਤ ਵੱਡੇ ਪਿੱਲਰਾਂ ਦੇ ਉੱਤੇ ਖੜਾ ਇਹ ਜਿਹੜਾ ਸ਼ਿਵਾਲਾ ਇਹਨੂੰ ਬਹੁਤ ਸਾਰੇ ਲੋਕ ਜਿਹੜਾ ਦੀ ਉਹ ਦੇਖਣਾ ਚਾਹੁੰਦੇ ਆ। ਸੋ ਵੇਖਣ ਵਾਲੀ ਜਿਹੜੀ ਦੀ ਇਹ ਗੱਲ ਹੋਊਗੀ ਕਿ ਜਿਹੜਾ ਸੰਦੇਸ਼ ਪਾਕਿਸਤਾਨ ਦੀ ਸਰਕਾਰ ਖਾਸ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਜਿਹੜੇ ਇਮਰਾਨ ਖਾਨ ਨੇ ਉਹ ਦੇਣ ਦੀ ਕੋਸ਼ਿਸ਼ ਜਿਹੜਾ ਦੀ ਉਹ ਕਰ ਰਹੇ ਆ ਉਹਨੂੰ ਕਿੰਨਾ ਕੁ ਬੂਰ ਜਿਹੜਾ ਜੀ ਉਹ ਪੈਂਦਾ ਅੰਤਰਰਾਸ਼ਟਰੀ ਭਾਈਚਾਰੇ ਦੇ ਵਿੱਚ ਖਾਸ ਤੌਰ ਦੇ ਉੱਤੇ ਕਿਉਂਕਿ ਪਾਕਿਸਤਾਨ ਜਿਹੜਾ ਨਾ ਜੀ ਉਹ ਅਲੱਗ ਥਲੱਗ ਹੋ ਗਿਆ ਪਿਛਲੇ ਕੁਝ ਸਾਲਾਂ ਤੋਂ। ਜਿਹੜੀਆਂ ਪਹਿਲਾਂ ਉੱਥੇ ਸਰਕਾਰਾਂ ਰਹੀਆਂ ਉਹਦੀਆਂ ਗਲਤ ਪਾਲਿਸੀਜ਼ ਦੀ ਵਜ੍ਹਾ ਕਰਕੇ ਪਰ ਇਮਰਾਨ ਖਾਨ ਜਿਵੇਂ ਇੱਕ ਸਰਕਾਰ ਜਿਹੜਾ ਬੰਦ ਕਰਕੇ ਜਿਸ ਤਰੀਕੇ ਦੇ ਨਾਲ ਉਹ ਜਦੋਂ ਆਹ ਪੁਲਵਾਮਾ ਅਟੈਕ ਹੋਇਆ ਜਿਹੋ ਜਿਹਾ ਰੋਲ ਇਮਰਾਨ ਖਾਨ ਹੋਰਾਂ ਦਾ ਰਿਹਾ ਸ਼ਾਇਦ ਪਹਿਲੇ ਸ਼ਾਸਕ ਹੁੰਦੇ ਤੇ ਲੜਾਈ ਵਾਲਾ ਮਾਹੌਲ ਵੀ ਜਿਹੜਾ ਜੀ ਬਣ ਜਾਣਾ ਸੀਗਾ। ਜਿਵੇਂ ਉਹਨਾਂ ਨੇ ਸਮਝਾਇਆ ਕਿ ਜਦੋਂ ਦੋ ਮੁਲਕ ਜਿਹੜੇ ਨੇ ਉਹ ਨਿਊਕਲੀਅਰ ਪਾਵਰ ਰੱਖੀ ਬੈਠੇ ਨੇ ਤੇ ਫਿਰ ਉਹ ਲੜ ਕਿਵੇਂ ਸਕਦੇ ਔਰ ਜੇ ਲੜ ਨਹੀਂ ਸਕਦੇ ਤੇ ਫਿਰ ਉਹਨਾਂ ਕੋਲ ਇੱਕੋ ਹੀ ਰਾਹ ਬਚਦਾ ਕਿ ਉਹ ਦੋਨੋਂ ਮਿਲ ਕੇ ਜਿਹੜਾ ਜੀ ਉਹ ਚੱਲਣ ਕਿਉਂਕਿ ਭਾਰਤ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਸੀਗੀਆਂ ਪੁਲਵਾਮਾ ਅਟੈਕ ਹੋ ਗਿਆ ਔਰ ਉਦੋਂ ਬਾਅਦ ਜਿਸ ਕਿਸਮ ਦਾ ਮਾਹੌਲ ਜਿਹੜਾ ਜੀ ਉਹ ਬਣਿਆ ਰਿਹਾ ਉਹ ਅਜੇ ਵੀ ਜਿਹੜਾ ਉਹ ਜਾਰੀ ਆ। ਹੁਣ ਵੇਖਣਾ ਇਹੀ ਹੋਊਗਾ ਇੱਕ ਤਾਂ ਕਰਤਾਰਪੁਰ ਦਾ ਲਾਂਘਾ ਜਿਹੜਾ ਜੀ ਉਹ ਖੁੱਲੂਗਾ ਤੇ ਦੂਜਾ ਜਿਹੜਾ ਜੀ ਇਹ ਸ਼ਿਵਾਲੇ ਨੂੰ ਖੋਲਣ ਦੀ ਜਿਹੜੀ ਗੱਲ ਆਖੀ ਆ ਇਹਦਾ ਕਿਹੋ ਜਿਹਾ ਜਿਹੜਾ ਦੀ ਅਸਰ ਪੈਂਦਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਖਾਸ ਤੌਰ ਜੀ। ਕੰਮ ਤੇ ਵਧੀਆ ਕਰ ਰਿਹਾ ਤਾਂ ਅੱਗੇ ਹਾਫਿਜ਼ ਦੀ ਗ੍ਰਿਫਤਾਰੀ ਦੀ ਜੇ ਗੱਲ ਕਰੀਏ ਤਾਂ ਕਿਸੇ ਵੇਲੇ ਵੀ ਸੰਭਵ ਆ ਕਿ ਉਸਨੂੰ ਅਰੈਸਟ ਕੀਤਾ ਜਾ ਸਕਦਾ ਤਾਂ ਭਾਰਤ ਵਾਲੇ ਪਾਸੇ ਕਹਿੰਦੇ ਕਿ ਪਾਕਿਸਤਾਨ ਅੱਖਾਂ ਹੀ ਪੂੰਝ ਰਿਹਾ। ਬਿਲਕੁਲ ਜੀ। ਐਕਚੁਅਲੀ ਇਹ ਪਾਕਿਸਤਾਨ ਨੇ ਜਿਹੜੇ ਇਹ ਕੁਝ ਅੱਤਵਾਦੀ ਸਮੂਹ ਨੇ ਜਿਹੜੀ ਟੈਰਰ ਫੰਡਿੰਗ ਹੈ ਇੱਥੇ ਔਰ ਮਨੀ ਲਾਂਡਰਿੰਗ ਇਹਨੂੰ ਲੈ ਕੇ ਕੁਝ ਮਾਮਲੇ ਜਿਹੜੇ ਆ ਜੀ ਉਹ ਦਰਜ ਕੀਤੇ ਆ। 23 ਮਾਮਲੇ ਕੁੱਲ ਜਿਹੜੇ ਆ ਜੀ ਉਹ ਦਰਜ ਕੀਤੇ ਗਏ ਆ। ਇਹਦੇ ਵਿੱਚ ਜਿਹੜਾ ਮੁੰਬਈ ਦੇ ਉੱਤੇ ਹਮਲਾ ਹੋਇਆ ਸੀਗਾ ਇਹਦਾ ਮਾਸਟਰਮਾਈਂਡ ਹਾਫਿਜ਼ ਸਈਦ ਸਣੇ 12 ਗਰੁੱਪ ਨੇ ਜਿਨ੍ਹਾਂ ਦੇ ਉੱਤੇ ਪਾਕਿਸਤਾਨ ਦੇ ਵੱਲੋਂ ਇਹ ਦਾਅਵਾ ਜਿਹੜਾ ਜੀ ਉਹ ਕੀਤਾ ਗਿਆ ਕਿ ਉਹਨਾਂ ਦੇ ਉੱਤੇ ਕਾਰਵਾਈ ਕਿਸੇ ਸਮੇਂ ਵੀ ਜਿਹੜੀ ਉਹ ਸੰਭਵ ਹੈ। ਪਾਕਿਸਤਾਨ ਦੇ ਉੱਤੇ ਅੰਤਰਰਾਸ਼ਟਰੀ ਦਬਾਅ ਜਿਹੜਾ ਅੱਤਵਾਦ ਦੇ ਖਿਲਾਫ ਸਟੈਪ ਚੁੱਕਣ ਦਾ ਵੱਧ ਰਿਹਾ ਔਰ ਇਹ ਜਿਹੜਾ ਜੀ ਆਖਿਆ ਗਿਆ ਕਿ ਉਹਦੇ ਤਹਿਤ ਹੀ ਦਾਊਦ ਇਬਰਾਹਿਮ ਜਿਹੜਾ ਉਹਨੂੰ ਗ੍ਰਿਫਤਾਰ ਜਿਹੜਾ ਜੀ ਕਰਨ ਦੀਆਂ ਗੱਲਾਂ ਵੀ ਜਿਹੜੀਆਂ ਜੀ ਉਹ ਹੁਣ ਵੱਡੇ ਪੱਧਰ ਦੇ ਉੱਤੇ ਚੱਲਣ ਲੱਗੀਆਂ ਨੇ। ਪਾਕਿਸਤਾਨ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ CTD ਜਿਹੜਾ
ਉਹਨੇ ਹਾਫਿਜ਼ ਸਈਦ ਤੇ ਉਹਦੇ 12 ਦੇ ਕਰੀਬ ਵੀ ਜਿਹੜੇ ਨੇ ਜੀ ਉਹਨਾਂ ਦੇ ਖਿਲਾਫ ਟੈਰਰ ਫੰਡਿੰਗ ਦੇ 23 ਕੇਸ ਦਰਜ ਕੀਤੇ ਆ। ਜਿਹੜਾ ਇਹ CTD ਆ ਉਹਨੇ ਕਿਹਾ ਜੀ ਕਿ ਇਹ ਲੋਕ ਟਰਸਟ ਦੇ ਨਾਲ ਰਕਮ ਜਿਹੜੀ ਆ ਜੀ ਉਹ ਇਕੱਠੀ ਕਰਕੇ ਇਹਦਾ ਇਸਤੇਮਾਲ ਅੱਤਵਾਦੀ ਸਰਗਰਮੀਆਂ ਦੇ ਵਾਸਤੇ ਜਿਹੜਾ ਜੀ ਉਹ ਕਰ ਰਹੇ ਸੀਗੇ। ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਦਾ ਇਹ ਕਹਿਣਾ ਹੈ ਕਿ ਜਮਾਤ ਉਦ ਦਾਵਾ ਤੇ ਉਹਦੇ ਕਰੀਬੀ ਅੱਤਵਾਦ ਨੂੰ ਜਿਹੜਾ ਜੀ ਉਹ ਵਧਾਵਾ ਦੇਣ ਦੇ ਵਾਸਤੇ ਇਹਨਾਂ ਟਰਸਟ ਦਾ ਇਸਤੇਮਾਲ ਕਰਦੇ ਸੀਗੇ। ਇਹ 5 ਟਰਸਟ ਨੇ ਜਿਨ੍ਹਾਂ ਦਾ ਮੁਖੀ ਹਾਫਿਜ਼ ਸਈਦ ਜਿਹੜਾ ਜੀ ਉਹਦੀ ਜਮਾਤ ਹੈ। ਜਮਾਤ ਤੋਂ ਇਲਾਵਾ FIR ਦੇ ਵਿੱਚ ਲਸ਼ਕਰ-ਏ-ਤਾਇਬਾ, ਫਲਾਏ ਇਨਸਾਨੀਅਤ ਫਾਊਂਡੇਸ਼ਨ ਦੇ ਟਰਸਟ ਜਿਹੜੇ ਆ ਜੀ ਉਹਨਾਂ ਦੇ ਨੇਤਾਵਾਂ ਦੇ ਨਾਮ ਵੀ ਸ਼ਾਮਲ ਹੈ। CTD ਕਹਿੰਦੀ ਆ ਕਿ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਮਾਤ, ਲਸ਼ਕਰ ਤੇ FIF ਆਪਣੇ ਟਰਸਟ ਦੇ ਜ਼ਰੀਏ ਪੈਸੇ ਇਕੱਠੇ ਕਰਦੇ ਆ ਔਰ ਇਹ ਰਕਮ ਜਿਹੜੀ ਆ ਅੱਤਵਾਦੀਆਂ ਦੀ ਮਦਦ ਦੇ ਵਿੱਚ ਲਾਈ ਜਾਂਦੀ ਆ। ਟਰਸਟਾਂ ਦੇ ਵਿੱਚ ਅਲ ਅਨਫਾਲ, ਦਾਵਤੁਲ ਇਰਸ਼ਾਦ, ਅਲ ਹਮਦ, ਅਲ ਮਦੀਨਾ, ਮੌਜ ਬਿਨ ਜਬਲ ਦੇ ਨਾਮ ਜਿਹੜੇ ਜੀ ਉਹ ਸ਼ਾਮਲ ਹੈ। ਇਹਦੇ ਸੰਬੰਧੀ ਜਿਹੜੇ 23 ਕੇਸ ਦੀ ਸੁਣਵਾਈ ਜਿਹੜੀ ਅੱਤਵਾਦੀ ਵਿਰੋਧੀ ਅਦਾਲਤ ਹੈ ਉਹ ਕਰੂਗੀ। ਜਿਹੜਾ ਹਾਫਿਜ਼ ਸਈਦ ਆ ਉਹ 26/11 ਮੁੰਬਈ ਅਟੈਕ ਦਾ ਮਾਸਟਰਮਾਈਂਡ ਹੈ। ਜਮਾਤ ਦੇ ਜ਼ਰੀਏ ਉਹਨੇ ਆਪਣਾ ਜਿਹੜਾ ਇਹ ਗਰੁੱਪ ਹੈ ਲਸ਼ਕਰ-ਏ-ਤੌਇਬਾ ਇਹਦੇ ਵਾਸਤੇ ਉਹ ਪੈਸੇ ਇਕੱਠੇ ਕਰਦਾ ਔਰ ਭਾਰਤ ਇਹ ਦੋਸ਼ ਲਾਉਂਦਾ ਰਿਹਾ ਕਿ ਉਹ ਅੱਤਵਾਦੀਆਂ ਨੂੰ ਟ੍ਰੇਨਿੰਗ ਦਿੰਦਾ। ਅਮਰੀਕਾ 2012 ਦੇ ਵਿੱਚ ਹਾਫਿਜ਼ ਸਈਦ ਨੂੰ ਅੰਤਰਰਾਸ਼ਟਰੀ ਅੱਤਵਾਦੀ ਜਿਹੜਾ ਜੀ ਉਹ ਡਿਕਲੇਅਰ ਕਰ ਚੁੱਕਾ ਹੈ। ਉਹਦੇ ਉੱਤੇ $10 ਮਿਲੀਅਨ ਜਿਹੜਾ ਇਨਾਮ ਵੀ ਜਿਹੜਾ ਜੀ ਉਹ ਰੱਖਿਆ ਹੋਇਆ। ਮਾਰਚ ਦੇ ਵਿੱਚ ਪਾਕਿਸਤਾਨੀ ਏਜੰਸੀਆਂ ਨੇ ਲਾਹੌਰ ਦੇ ਵਿੱਚ ਤੇ ਜਮਾਤ ਤੇ FIF ਦੇ ਜਿਹੜਾ ਦਫ਼ਤਰ ਸੀਗਾ ਉਹਨੂੰ ਸੀਲ ਕੀਤਾ ਸੀਗਾ ਔਰ ਇਸ ਗਰੁੱਪ ਦੇ ਨਾਲ ਜੁੜੇ ਹੋਏ 120 ਜਿਹੜੇ ਅੱਤਵਾਦੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਵੀ ਪਾਕਿਸਤਾਨ ਦੀ ਸਰਕਾਰ ਨੇ ਜਿਹੜਾ ਉਹ ਕੀਤਾ ਸੀਗਾ। ਹਾਫਿਜ਼ ਸਈਦ ਦੇ ਉੱਤੇ ਕਦੋਂ ਜਿਹੜੀ ਕਾਰਵਾਈ ਹੁੰਦੀ ਹੈ, ਉਹਨੂੰ ਕਦੋਂ ਅਰੈਸਟ ਕੀਤਾ ਜਾਂਦਾ? ਕਿਹਾ ਤਾਂ ਜਿਹੜੇ ਪਾਕਿਸਤਾਨ ਦੇ ਸੂਤਰ ਆ ਉਹ ਤਾਂ ਇਹ ਗੱਲ ਕਹਿੰਦੇ ਆ ਕਿ ਕਿਸੇ ਟਾਈਮ ਵੀ ਉਹਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਜਾ ਸਕਦਾ, ਪਰ ਦੂਜੇ ਪਾਸੇ ਭਾਰਤ ਜਿਹੜਾ ਜੀ ਉਹ ਕਹਿੰਦਾ ਕਿ ਨਹੀਂ, ਇਹ ਪਾਕਿਸਤਾਨ ਕੁਛ ਨਹੀਂ ਜਿਹੜਾ ਜੀ ਉਹ ਕਰ ਰਿਹਾ, ਬਲਕਿ ਉਹਦਾ ਇਹ ਜਿਹੜਾ ਜੀ ਕਹਿਣਾ ਕਿ ਇਹ ਤਾਂ ਸਿਰਫ ਅੰਤਰਰਾਸ਼ਟਰੀ ਦਬਾਅ ਆ ਜਿਹਦੇ ਕਰਕੇ ਇਹ ਪਾਕਿਸਤਾਨ ਨੂੰ ਸਟੈਪ ਜਿਹੜੇ ਆ ਜੀ ਉਹ ਚੁੱਕਣੇ ਪੈ ਰਹੇ ਆ। ਵੈਸੇ ਅੰਤਰਰਾਸ਼ਟਰੀ ਦਬਾਅ ਤਾਂ ਪਹਿਲਾਂ ਦਾ ਵੀ ਜਿਹੜਾ ਜੀ ਉਹ ਚੱਲਦਾ ਰਿਹਾ ਪਾਕਿਸਤਾਨ ਦੇ ਉੱਤੇ, ਪਰ ਐਡਾ ਵੱਡਾ ਸਟੈਪ ਉਹਨੇ ਪਹਿਲਾਂ ਕਦੀ ਜਿਹੜਾ ਜੀ ਉਹ ਨਹੀਂ ਲਿਆ। ਹਾਫਿਜ਼ ਸਈਦ ਦੀ ਗ੍ਰਿਫਤਾਰੀ ਤੇ ਜੋ ਆਪਾਂ ਪਹਿਲਾਂ ਜਿਹੜੀਆਂ ਗੱਲਾਂ ਕੀਤੀਆਂ ਨੇ ਕਿ ਕਿਹੜੇ ਤਰੀਕੇ ਦੇ ਨਾਲ ਇਮਰਾਨ ਖਾਨ ਹੁਰੀ ਚੱਲਣ ਦੀ ਜਿਹੜਾ ਜੀ ਉਹ ਕੋਸ਼ਿਸ਼ ਦੇ ਵਿੱਚ ਨੇ, ਇਹ ਸਾਰੀਆਂ ਗੱਲਾਂ ਜਿਹੜੀਆਂ ਜੀ ਉਹ ਇੱਕ ਦੂਜੇ ਦੇ ਨਾਲ ਕਿਤੇ ਨਾ ਕਿਤੇ ਇੰਟਰਲਿੰਕ ਜਿਹੜੀਆਂ ਉਹ ਕਹੀਆਂ ਜਾ ਸਕਦੀਆਂ। ਜੀ ਜੀ ਕੰਮ ਤੇ ਹੋ ਰਿਹਾ ਜੀ। ਅੱਗੇ ਆਪਾਂ ਧਰਮਿੰਦਰ ਦੀ ਜੇ ਗੱਲ ਕਰੀਏ ਤਾਂ ਉਸਨੇ ਸਨੀ ਦਿਓਲ ਨੂੰ ਕਿਹਾ ਕਿ ਭਗਵੰਤ ਮਾਨ ਤੋਂ ਸਿੱਖੋ। ਐਕਚੁਅਲੀ ਇਹ ਜਿਹੜਾ ਅਜੀਬੋ ਗਰੀਬ ਇੱਕ ਟਵੀਟ ਜਿਹੜਾ ਧਰਮਿੰਦਰ ਹੋਰਾਂ ਨੇ ਕੀਤਾ ਹੈ, ਇਹ ਬਹੁਤਿਆਂ ਨੂੰ ਅਜੇ ਜਿਹੜਾ ਜੀ ਉਹ ਸਮਝ ਨਹੀਂ ਪੈ ਰਿਹਾ ਕਿ ਧਰਮਿੰਦਰ ਹੋਰੀ ਕਹਿਣਾ ਕੀ ਉਹ ਚਾਹੁੰਦੇ ਆ। ਜਦੋਂ ਲੋਕ ਸਭਾ ਦੀਆਂ ਇਲੈਕਸ਼ਨ ਸਨ ਤਾਂ ਧਰਮਿੰਦਰ ਉਦੋਂ ਵੀ ਜਿਹੜਾ ਜੀ ਪੰਜਾਬ ਦੇ ਵਿੱਚ ਜਦੋਂ ਆਏ ਸੀਗੇ ਤੇ ਉਹਨਾਂ ਇੱਥੇ ਆ ਕੇ ਜਿਹੜੀਆਂ ਕੁਝ ਗੱਲਾਂ ਕੀਤੀਆਂ ਸੀ ਉਹ ਬੜੀਆਂ ਅਜੀਬੋ ਗਰੀਬ ਸੀ। ਇਹ ਗੱਲ ਆਖੀ ਸੀ ਕਿ ਜਾਖੜ ਪਰਿਵਾਰ ਦੇ ਨਾਲ ਸਾਡੇ ਸੰਬੰਧ ਬੜੇ ਪੁਰਾਣੇ ਆ, ਅਸੀਂ ਜਾਖੜ ਪਰਿਵਾਰ ਦੇ ਵਿਰੋਧ ਦੇ ਵਿੱਚ ਲੜਨਾ ਨਹੀਂ ਸੀ ਚਾਹੁੰਦੇ। ਉਹਨਾਂ ਨੇ ਇਹ ਕਿਹਾ ਸੀਗਾ ਕਿ ਜੇ ਸਾਨੂੰ ਪਤਾ ਹੁੰਦਾ ਕਿ ਅੱਗੇ ਮੁਕਾਬਲਾ ਸਨੀ ਦਿਓਲ ਦਾ ਸੁਨੀਲ ਜਾਖੜ ਦੇ ਨਾਲ ਹੋਣ ਵਾਲਾ ਤੇ ਉਹ ਸਨੀ ਦਿਓਲ ਨੂੰ ਚੋਣ ਜਿਹੜੀ ਜੀ ਲੜਨ ਤੋਂ ਰੋਕ ਦਿੰਦੇ। ਇਹਨਾਂ ਚੀਜ਼ਾਂ ਨੇ ਕੁਝ ਡੈਮੇਜ ਵੀ ਉਸ ਟਾਈਮ ਦੇ ਉੱਤੇ ਜਿਹੜਾ ਜੀ ਕੀਤਾ। ਸਨੀ ਦਿਓਲ ਚੋਣ ਜਿੱਤ ਗਏ। ਧਰਮਿੰਦਰ ਦਾ ਇਹ ਬਿਆਨ ਉਸ ਸਮੇਂ ਦੇ ਉੱਤੇ ਆ ਜਦੋਂ ਸਨੀ ਦਿਓਲ ਇੱਕ ਵੱਡੀ ਕੰਟਰੋਵਰਸੀ ਦੇ ਵਿੱਚ ਜਿਹੜਾ ਜੀ ਉਹ ਫਸੇ ਹੋਏ ਆ, ਕਿਉਂਕਿ ਸਨੀ ਦਿਓਲ ਨੇ ਆਪਣੇ ਲੈਟਰ ਹੈਡ ਦੇ ਉੱਤੇ ਪਿਛਲੇ ਦਿਨੀ ਇੱਕ ਆਪਣੇ ਹਲਕੇ ਦੀ ਨੁਮਾਇੰਦਗੀ ਜਿਹੜੀ ਹੈ ਜੀ ਉਹ ਕਰਨ ਦੇ ਵਾਸਤੇ ਇੱਕ ਜਿਹੜਾ ਅਨਨੋਨ ਬੰਦਾ ਜਿਹੜਾ ਕਿ ਹਲਕੇ ਦਾ ਵੀ ਹੈ ਨੀ ਗਾ, ਉਹਨੂੰ ਇਹ ਲਿਖ ਕੇ ਦੇ ਦਿੱਤਾ ਸੀਗਾ ਕਿ ਸਾਰੇ ਕੰਮ ਸਾਰੇ ਮੀਟਿੰਗ ਜਿਹੜਾ ਜੀ ਇਹ ਕਰਨਗੇ। ਔਰ ਇਹ ਗੱਲ ਵੱਡੇ ਪੱਧਰ ਦੇ ਉੱਤੇ ਜਿਹੜੀ ਜੀ ਚੱਲੀ ਸੀਗੀ ਕਿ ਜਿਹੜਾ ਇਹ ਹਲਕਾ ਗੁਰਦਾਸਪੁਰ ਆ ਇਹ ਤਾਂ ਸਨੀ ਦਿਓਲ ਨੇ ਠੇਕੇ ਤੇ ਦੇਤਾ ਔਰ ਇਹਦੀ ਬੜੀ ਤਕੜੀ ਵਿਰੋਧਤਾ ਹੋਈ। ਈਵਨ ਸੁਨੀਲ ਜਾਖੜ ਜਿਹੜੇ ਇੱਥੋਂ ਹਾਰੇ ਸਨ ਉਹਨਾਂ ਨੇ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਕਿਹਾ ਸੀਗਾ ਕਿ ਗੁਰਦਾਸਪੁਰੀਆਂ ਨੂੰ ਇਹ ਚੋਣ ਜਿਤਾਉਣ ਦੇ ਮਾਮਲੇ 'ਚ ਸਿਰਫ ਸੈਲਫੀ ਮਿਲੂਗੀ, ਸੈਲਫੀ ਤੋਂ ਬਿਨਾਂ ਹੋਰ ਬਹੁਤਾ ਕੁਝ ਜਿਹੜਾ ਜੀ ਉਹ ਮਿਲੂਗਾ ਨਹੀਂ। ਹੁਣ ਧਰਮਿੰਦਰ ਹੋਰਾਂ ਦਾ ਜਿਹੜਾ ਨਵਾਂ ਆਇਆ ਟਵੀਟ ਹੈ ਇਹ ਲੋਕਾਂ ਦੇ ਸਮਝ ਨਹੀਂ ਪੈ ਰਿਹਾ ਜੀ, ਨਾ ਸਿਆਸਤਦਾਨਾਂ ਦੇ ਸਮਝ ਪੈ ਰਿਹਾ, ਜਿਹਦੇ ਵਿੱਚ ਧਰਮਿੰਦਰ ਹੋਰਾਂ ਨੇ ਆਪਣੇ
ਜਿਹੜੇ ਬੇਟੇ ਤੇ ਨਵੇਂ ਬਣੇ ਜਿਹੜਾ ਮੈਂਬਰ ਪਾਰਲੀਮੈਂਟ ਗੁਰਦਾਸਪੁਰ ਤੋਂ ਸਨੀ ਦਿਓਲ ਨੂੰ ਨਸੀਹਤ ਦਿੱਤੀ ਹੈ ਤੇ ਨਵੇਂ ਖੇਤਰ ਦੇ ਵਿੱਚ ਸਿੱਖਣ ਦੀ ਨਸੀਹਤ ਜਿਹੜੀ ਹੈ ਜੀ ਦਿੱਤੀ ਹੈ। ਇਹ ਵੀ ਕਿਹਾ ਉਹਨੇ ਨਾਲ ਕਿ ਭਗਵੰਤ ਮਾਨ ਦੀ ਮਿਸਾਲ ਉਹਨੇ ਦਿੱਤੀ ਹੈ ਔਰ ਉਹਨੇ ਇਹ ਗੱਲ ਜਿਹੜੀ ਹੈ ਜੀ ਕਹੀ ਆ ਇਸ ਟਵੀਟ ਦੇ ਵਿੱਚ ਕਿ ਸਨੀ ਮੇਰੇ ਪੁੱਤ ਕੁਝ ਸਿੱਖਣ ਦੀ ਕੋਸ਼ਿਸ਼ ਕਰੋ ਜਿਵੇਂ ਸੰਗਰੂਰ ਤੋਂ MP ਭਗਵੰਤ ਮਾਨ ਨੇ ਜਿਹੜਾ ਜੀ ਉਹ ਕੀਤਾ। ਉਹਨੇ ਕਿਹਾ ਕਿ ਉਹਨੇ ਬਹੁਤ ਵੱਡਾ ਬਲਿਦਾਨ ਦਿੱਤਾ ਭਾਰਤ ਮਾਂ ਦੀ ਸੇਵਾ ਲਈ। ਵੈਸੇ ਇਸ ਤੋਂ ਅੱਗੇ ਜਿਹੜਾ ਜੀ ਉਹ ਕੁਐਸਚਨ ਮਾਰਕ ਹੈ, ਜਿਹੜੇ ਕਈ ਕੁਐਸਚਨ ਮਾਰਕ ਜਿਹੜੇ ਉਹ ਧਰਮਿੰਦਰ ਹੋਰਾਂ ਨੇ ਪਾਏ ਹੋਏ ਆ। ਇਹ ਵੀ ਅਗਲੀ ਜਿਹੜੀ ਹੈ ਜੀ ਉਹ ਲਾਈਨ ਲਿਖੀ ਹੈ ਕਿ ਜਿਉਂਦਾ ਰਹਿਮਾਨ ਬਹੁਤ ਬਹੁਤ ਮਾਣ ਹੈ ਤੁਹਾਡੇ ਉੱਤੇ। ਇੰਗਲਿਸ਼ ਦੇ ਵਿੱਚ ਜਿਹੜਾ ਜੀ ਉਹ ਟਵੀਟ ਹੈ ਤੇ ਉਹਨੇ ਜਿਹੜਾ ਧਰਮਿੰਦਰ ਨੇ ਲਿਖਿਆ ਉਹਨੇ ਇਹ ਗੱਲ ਲਿਖੀ ਹੈ ਕਿ ਸਨੀ ਮਾਈ ਸਨ ਟਰਾਈ ਟੂ ਲਰਨ ਸਮਥਿੰਗ ਫਰੋਮ ਮਾਈ ਸਨ ਲਾਈਕ ਭਗਵੰਤ ਸਿੰਘ ਮਾਨ MP ਫਰੋਮ ਸੰਗਰੂਰ what is sacrifice to serve mother India। जीते रहो मान, बहुत बहुत मान है मुझे आप पर। ਇਹ 4 ਜੁਲਾਈ ਨੂੰ ਜਿਹੜਾ ਜੀ ਟਵੀਟ ਕੀਤਾ ਧਰਮਿੰਦਰ ਨੇ। ਤੋ ਇਹ ਚਰਚਾ ਦੇ ਵਿੱਚ ਜਿਹੜਾ ਜੀ ਇਸ ਵੇਲੇ ਹੈ। ਵੈਸੇ ਇਹ ਵੀ ਆ ਕਿ ਜਿਹੜੀ ਸੈਕਿੰਡ ਪਾਰੀ ਆ ਭਗਵੰਤ ਮਾਨ ਦੀ ਉਹ ਵੀ ਚਰਚਾ ਦੇ ਵਿੱਚ ਹੈ ਲਗਾਤਾਰ। ਜਿਸ ਤਰੀਕੇ ਦੇ ਨਾਲ ਉਹਦੇ ਵੱਲੋਂ ਲੋਕ ਸਭਾ ਦੇ ਵਿੱਚ ਜਿਵੇਂ ਜਿਹੜੀ ਜੀ ਉਹ ਸਰਗਰਮੀ ਵੀ ਵਿਖਾਈ ਜਾ ਰਹੀ ਹੈ, ਵੱਖ-ਵੱਖ ਇਸ਼ੂਜ਼ ਜਿਹੜੇ ਉਹਨੇ ਚੁੱਕੇ ਨੇ ਪਤਾ ਨਹੀਂ ਉਹਨੂੰ ਲੈ ਕੇ ਆ। ਉਹਦੇ ਵੈਸੇ ਜਿਸ ਦਿਨ ਗੁਰਦਾਸਪੁਰ ਦੇ ਜਿਹੜਾ ਜੀ ਹਲਕੇ ਦੇ ਲੋਕਾਂ ਦੇ ਨਾਲ ਜਾਂ ਉਹਨਾਂ ਦੇ ਉੱਤੇ ਇੱਕ ਥੋਪਿਆ ਗਿਆ ਸੀ ਸਨੀ ਦਿਓਲ ਦੇ ਵੱਲੋਂ ਤੇ ਉਹਦੇ ਵਿੱਚ ਭਗਵੰਤ ਮਾਨ ਨੇ ਵੀ ਇਹਨੂੰ ਜਿਹੜਾ ਜੀ ਵੱਖ-ਵੱਖ ਚੈਨਲਾਂ ਦੇ ਉੱਤੇ ਉਠਾਇਆ ਸੀਗਾ ਕਿ ਸਨੀ ਦਿਓਲ ਨੇ ਇਹ ਵੱਡੀ ਗਲਤੀ ਕੀਤੀ ਆ ਕਿ ਉਹਨੇ ਇਹ ਗੱਲ ਕਹੀ ਸੀ ਕਿ ਕੀ ਸਨੀ ਦਿਓਲ ਹੁਣ ਜਿਹੜਾ ਜੀ ਇੱਥੇ ਠੇਕੇ ਦੇ ਉੱਤੇ ਕਿਸੇ ਨੂੰ ਪਾਰਲੀਮੈਂਟ ਦੇ ਵਿੱਚ ਬੋਲਣ ਲਈ ਵੀ ਰੱਖੂਗਾ, ਕਿ ਉਹ 0 ਆਵਰਸ ਦੇ ਵਿੱਚ ਜਿਹੜੇ ਕੁਐਸਚਨ ਉਠਾਉਣੇ ਨੇ ਉਹਦੇ ਵਾਸਤੇ ਵੀ ਕਿਸੇ ਨੂੰ ਜਿਹੜਾ ਜੀ ਉਹ ਰੱਖੂਗਾ। ਉਹਨੇ ਤਿੱਖੇ ਕੁਝ ਹਮਲੇ ਜਿਹੜੇ ਕੀਤੇ ਸੀ। ਪਰ ਧਰਮਿੰਦਰ ਦਾ ਜਿਹੜਾ ਜੀ ਇਹ ਅਜੀਬੋ-ਗਰੀਬ ਜਿਹਾ ਟਵੀਟ ਆਉਣਾ ਇਹ ਸਿਆਸਤਦਾਨਾਂ ਦੀ ਸਮਝ ਤੋਂ ਜਿਹੜਾ ਜੀ ਉਹ ਪਰੇ ਹੋਇਆ ਪਿਆ ਕਿ ਧਰਮਿੰਦਰ ਹੋਰੀ ਅਸਲ ਦੇ ਵਿੱਚ ਕਹਿਣਾ ਕੀ ਚਾਹੁੰਦੇ ਨੇ ਸਨੀ ਦਿਓਲ ਹੋਰਾਂ ਨੂੰ ਔਰ ਭਗਵੰਤ ਮਾਨ ਹੋਰਾਂ ਨੂੰ। ਵਾਕਿਆ ਅਜੀਬੋ ਗਰੀਬ ਕੰਮ ਹੈ ਜੀ ਇਹ। ਤੇ ਅੱਗੇ ਗੱਲ ਕਰਦੇ ਹਾਂ ਕਿ ਭਾਰਤ ਵਾਲੀ ਸਾਈਡ ਤੇ ਜਿਹੜੇ ਗੇਟ ਬਣਨੇ ਸ਼ੁਰੂ ਹੋ ਗਿਆ ਤਾਂ ਨਵੰਬਰ ਤੱਕ ਲੱਗਦਾ ਹੈ ਕਿ ਜਿਹੜਾ ਕੋਰੀਡੋਰ ਆ ਖੁੱਲ ਜਾਊਗਾ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਇਸ ਵੇਲੇ ਜਿਹੜੀ ਨਿਗਾਹ ਹੈ ਜੀ ਉਹ ਸਭ ਦੀ ਲੱਗੀ ਹੋਈ ਆ ਇਸ ਕੋਰੀਡੋਰ ਦੇ ਉੱਤੇ ਕਿ ਕਦੋਂ ਜਿਹੜਾ ਜੀ ਇਹ ਸਾਰਾ ਕੁਝ ਹੋਊਗਾ, ਕਿਹੜੇ ਤਰੀਕੇ ਦੇ ਨਾਲ ਹੋਊਗਾ। ਇਹ ਵੀ ਸੱਚਾਈ ਆ ਕਿ ਜਿਹੜੀ ਪੰਜਾਬ ਵਾਲੀ ਸਾਈਡ ਦੇ ਉੱਤੇ ਭਾਰਤੀ ਪੰਜਾਬ ਵਾਲੀ ਸਾਈਡ ਦੇ ਉੱਤੇ ਇੰਨਾ ਤੇਜ਼ੀ ਦੇ ਨਾਲ ਕੰਮ ਨਹੀਂ ਹੋ ਰਿਹਾ ਜਿੰਨਾ ਤੇਜ਼ੀ ਦੇ ਨਾਲ ਕੰਮ ਜਿਹੜਾ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਜਿਹੜਾ ਜੀ ਉਹ ਹੋਇਆ। ਪਾਕਿਸਤਾਨ ਸਰਕਾਰ ਨੇ ਬਕਾਇਦਾ ਤੌਰ ਦੇ ਉੱਤੇ ਹੁਣ ਇਹ ਐਲਾਨ ਵੀ ਕਰਤਾ ਕਿ 8 ਨਵੰਬਰ ਨੂੰ ਇਹ ਜਿਹੜਾ ਗਲਿਆਰਾ ਇਹਦਾ ਉਦਘਾਟਨ ਕੀਤਾ ਜਾਊਗਾ ਔਰ ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ ਜਿਹੜਾ ਉਹ 9 ਨਵੰਬਰ ਨੂੰ ਭਾਰਤ ਤੋਂ ਪਾਕਿਸਤਾਨ ਸਥਿਤ ਕਰਤਾਰਪੁਰ ਦੇ ਵਿੱਚ ਜਿਹੜਾ ਜੀ ਉਹ ਪਹੁੰਚੂਗਾ। ਇਹ ਪਾਕਿਸਤਾਨ ਸਰਕਾਰ ਜਿਹੜੀ ਜੀ ਉਹਦੇ ਵੱਲੋਂ ਜਿਹੜਾ ਐਲਾਨਿਆ ਗਿਆ ਪ੍ਰੋਗਰਾਮ ਹੈ ਔਰ ਇਹ ਜਿਹੜੀ ਜੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਬਰਸੀ ਦੇ ਸਮਾਗਮ ਦੇ ਮੌਕੇ ਦੇ ਉੱਤੇ ਪਹੁੰਚੇ ਜਿਹੜੇ ਕੁਝ ਲੋਕ ਸੀ ਉਹਨਾਂ ਨੂੰ ਇਹ ਜਾਣਕਾਰੀ ਜਿਹੜੀ ਆ ਉਹ ਦਿੱਤੀ ਗਈ ਹੈ। ਇਹ ਵੀ ਕਿਹਾ ਗਿਆ ਜੀ ਕਿ 12 ਨਵੰਬਰ ਨੂੰ 550 ਸਾਲਾ ਪ੍ਰਕਾਸ਼ ਪੁਰਬ ਜਿਹੜਾ ਜੀ ਉਹ ਮਨਾਇਆ ਜਾਣਾ। ਪਾਕਿਸਤਾਨ ਸਰਕਾਰ 8 ਨਵੰਬਰ ਨੂੰ ਗਲਿਆਰੇ ਦਾ ਉਦਘਾਟਨ ਕਰੂਗੀ ਔਰ ਪਾਕਿਸਤਾਨ ਤੋਂ ਕਰਤਾਰਪੁਰ ਕੋਰੀਡੋਰ ਦੀਆਂ ਜਿਹੜੀਆਂ ਲੇਟੈਸਟ ਤਸਵੀਰਾਂ ਸਾਹਮਣੇ ਆਈਆਂ ਨੇ ਜੀ ਉਹ ਇਹ ਦੱਸਦੀਆਂ ਨੇ ਕਿ ਕੋਰੀਡੋਰ ਦਾ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ 80 ਤੋਂ 90% ਤੱਕ ਕੰਮ ਜਿਹੜਾ ਜੀ ਉਹ ਪੂਰਾ ਹੋ ਚੁੱਕਿਆ। ਭਾਰਤ ਵਾਲੀ ਸਾਈਡ ਦੇ ਉੱਤੇ ਡੇਰਾ ਬਾਬਾ ਨਾਨਕ ਦੇ ਵਿੱਚ ਗਲਿਆਰੇ ਦੀ ਉਸਾਰੀ ਦਾ ਕਾਰਜ ਜਿਹੜਾ ਜੀ ਉਹ ਜਾਰੀ ਹੈ। ਵੈਸੇ ਇੱਥੇ ਜਿਹੜਾ ਗੇਟ ਬਣਨੇ ਆ ਉਹਦਾ ਜਿਹੜਾ ਉਹਦੀ ਸ਼ੁਰੂਆਤ ਕੰਮ ਦੀ ਇਹਦੇ 4 ਦਿਨ ਪਹਿਲਾਂ ਜਿਹੜੀ ਹੈ ਜੀ ਉਹ ਕੀਤੀ ਗਈ ਆ। 14 ਜੁਲਾਈ ਨੂੰ ਦੋਨਾਂ ਮੁਲਕਾਂ ਦੇ ਟੈਕਨੀਕਲ ਜਿਹੜੇ ਹੈੱਡ ਨੇ ਉਹ ਫਿਰ ਇਕੱਠੇ ਹੋਣਗੇ ਇੱਥੇ ਕਰਤਾਰਪੁਰ ਦੇ ਵਿੱਚ ਔਰ ਪਿਛਲੀਆਂ ਜਿਹੜੀਆਂ ਬੈਠਕਾਂ ਸੀਗੀਆਂ ਉਹਦੇ ਵਿੱਚ ਕਈ ਸ਼ਰਤਾਂ ਦੇ ਉੱਤੇ ਸਹਿਮਤੀ ਜਿਹੜੀ ਉਹ ਨਹੀਂ ਸੀ ਹੋਈ। ਭਾਰਤ ਨੇ ਪਾਕਿਸਤਾਨ ਤੋਂ 2 ਦਿਨ ਪਹਿਲਾਂ ਨੀਂਹ ਪੱਥਰ ਰੱਖਿਆ ਸੀਗਾ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਭਾਰਤ ਵਾਲੀ ਜਿਹੜੀ ਸਾਈਡ ਹੈ ਉੱਥੇ ਕੋਰੀਡੋਰ ਦਾ ਉਦਘਾਟਨ ਵੀ 8 ਨਵੰਬਰ ਤੋਂ ਪਹਿਲਾਂ ਜਿਹੜਾ ਜੀ ਉਹ ਹੋ ਸਕਦਾ। ਪਰ ਦੂਜੇ ਪਾਸੇ ਇਹ ਵੀ ਹੈ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਉਸਾਰਿਆ ਜਾਣ ਵਾਲਾ ਜਿਹੜਾ ਇੱਥੇ ਜਿਹੜੇ ਆਉਣੇ ਸ਼ਰਧਾਲੂ ਉਹਨਾਂ ਦੇ ਵਾਸਤੇ ਟਰਮੀਨਲ ਹੈ ਉਹ ਏਡਾ ਸੌਖਾ ਨਹੀਂ ਗਾ ਜੀ ਕਿ ਛੇਤੀ ਕੀਤਾ ਜਿਹੜਾ ਜੀ ਉਹ ਬਣ ਜਾਵੇ। ਉਹਦੇ ਵਾਸਤੇ ਸਮਾਂ ਉਹ ਲੱਗੂਗਾ ਜੀ, ਐਡੀ ਜਲਦੀ ਨਹੀਂ ਉਹ ਮੁਕੰਮਲ ਹੋਣਾ। ਜਦੋਂ ਇਹ ਇਲੈਕਸ਼ਨਾਂ ਚੱਲ ਰਹੀਆਂ ਸੀਗੀਆਂ ਜੀ ਲੋਕ ਸਭਾ ਦੀਆਂ, ਮੈਂ ਖੁਦ ਇੱਥੇ ਜਿਹੜਾ ਜੀ ਗਿਆ ਸੀਗਾ ਆਪਣੇ ਡੇਰਾ ਬਾਬਾ ਨਾਨਕ, ਉੱਥੋਂ ਸਾਰਾ ਜਿਹੜਾ ਜੀ ਉਹ ਦਿਸਦਾ ਔਰ ਉਸ ਟਾਈਮ 0 ਲਾਈਨ ਜਿਹੜੀ ਆ ਜੀ ਉਹਦੇ ਤੱਕ ਇਹ ਕੰਸਟਰਕਸ਼ਨ ਦਾ ਕੰਮ ਆ ਚੁੱਕਿਆ ਹੋਇਆ ਸੀਗਾ ਔਰ ਜਿਹੜੀ ਲੁੱਕ ਵਗੈਰਾ ਜੀ ਉਹ ਪੈਣ ਦੀ ਤਿਆਰੀ
ਸੀਗੀ ਔਰ ਜਿਹੜੀ ਦੂਰਬੀਨ ਉੱਥੇ ਲੱਗੀ ਹੋਈ ਸੀ, ਜੇ ਉੱਥੋਂ ਉਹਦੇ ਰਾਹੀਂ ਦੇਖਦੇ ਸੀ ਤਾਂ ਬਹੁਤ ਸਾਰਾ ਕੁਝ ਜਿਹੜਾ ਜੀ ਬਹੁਤ ਸਾਰਾ ਕੰਮ ਹੋਇਆ ਸਾਨੂੰ ਦਿਸ ਰਿਹਾ ਸੀਗਾ। ਇਹ ਉਹ ਦਿਨ ਸੀਗਾ ਜੀ ਜਿਸ ਦਿਨ ਜਿੱਥੇ ਇਹ ਦੂਰਬੀਨ ਲਾ ਕੇ ਭਾਰਤ ਵਾਲੀ ਸਾਈਡ ਦੇ ਉੱਤੋਂ ਦੇਖਿਆ ਜਾਂਦਾ ਸੀ ਉਹਨੂੰ ਢਾਇਆ ਗਿਆ ਸੀਗਾ। ਇਹ ਕੋਈ ਤਕਰੀਬਨ ਜਿਹੜਾ ਜੀ ਉਹ 3 ਮਹੀਨੇ ਪਹਿਲਾਂ ਦੀ ਜਿਹੜੀ ਦੀ ਉਹ ਗੱਲ ਹੈ। ਹੁਣ ਜਿਹੜੀ ਕਾਰਜ ਹੈ ਜੀ ਇੱਥੇ ਤੇਜ਼ੀ ਦੇ ਨਾਲ ਤਾਂ ਜਿਹੜੇ ਉਹ ਚੱਲ ਰਹੇ ਆ, ਪਰ ਜਿੰਨੀ ਤੇਜ਼ੀ ਦੇ ਨਾਲ ਮੁਕੰਮਲ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਕੀਤਾ ਗਿਆ ਉਹਦੇ ਮੁਕਾਬਲੇ ਭਾਰਤ ਵਾਲੀ ਸਾਈਡ ਦੇ ਉੱਤੇ ਤੇਜ਼ੀ ਜਿਹੜੀ ਹੈ ਜੀ ਉਹ ਘੱਟ ਹੈ। ਸੂਬੇ ਦੀ ਸਰਕਾਰ ਜਿਹੜੀ ਕਹਿੰਦੀ ਹੈ ਕਿ ਇਹ ਸੈਂਟਰ ਦੇ ਹੱਥ ਵੱਸ ਹੈ, ਅਸੀਂ ਇਹਦੇ ਵਿੱਚ ਬਹੁਤੀ ਤੇਜ਼ੀ ਜਿਹੜੀ ਉਹ ਲਿਆ ਨਹੀਂ ਸਕਦੇ। ਸੈਂਟਰ ਦੀ ਸਰਕਾਰ ਜਿਹੜੀ ਹੈ ਜੀ ਇਸ ਮਾਮਲੇ ਦੇ ਉੱਤੇ ਸਲੋ ਆ। ਕਈ ਤਰ੍ਹਾਂ ਦੀਆਂ ਅਟਕਲਾਂ ਜਿਹੜੀਆਂ ਦੀ ਉਹ ਚੱਲਦੀਆਂ ਰਹਿੰਦੀਆਂ ਨੇ। ਇਹਦੇ ਵਿੱਚ ਇਹ ਆਈ ਜਿਹੜੀ ਖਬਰ ਕਿ ਪਾਕਿਸਤਾਨ ਦੀ ਜਿਹੜੀ ਸਰਕਾਰ ਹੈ ਉਹਨੇ ਹੁਣ ਡੇਟ ਵੀ ਐਲਾਨ ਦਿੱਤੀ ਹੈ ਕਿ 8 ਨਵੰਬਰ ਨੂੰ ਉਦਘਾਟਨ ਇਸ ਗਲਿਆਰੇ ਦਾ ਕਰੂਗੀ ਔਰ 9 ਤਰੀਕ ਨੂੰ ਪਹਿਲਾ ਜਥਾ ਉਹ ਰਿਸੀਵ ਕਰਨ ਦੇ ਵਾਸਤੇ ਤਿਆਰ ਹੋਊ ਜੀ। ਤੇ ਅਖੀਰ ਦੇ ਵਿੱਚ ਮੀਂਹ ਪੈ ਗਿਆ ਪੰਜਾਬ ਦੇ ਵਿੱਚ, ਗਰਮੀ ਬਹੁਤ ਸੀਗੀ ਤੇ ਹੋਰ ਗਰਮੀ ਵਾਲੇ ਇਲਾਕਿਆਂ ਨੂੰ ਕੁਝ ਰਾਹਤ ਮਿਲੀ? ਐਕਚੁਅਲੀ ਜੀ ਇਸ ਵਾਰੀ ਇਹ ਹੋਇਆ ਕਿ ਇੱਥੇ ਸਾਰਾ ਕੁਝ ਜਿਹੜਾ ਨਾ ਪੰਜਾਬ ਦੇ ਵਿੱਚ ਉਹ ਸਿਆਸਤ ਨੂੰ ਸਾਹਮਣੇ ਰੱਖ ਕੇ ਹੀ ਕੀਤਾ ਜਾਂਦਾ। ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਕਿਸਾਨਾਂ ਨੂੰ 1 ਹਫ਼ਤਾ ਪਹਿਲਾਂ ਝੋਨਾ ਲਾਉਣ ਦੀ ਪਰਮਿਸ਼ਨ ਜਿਹੜੀ ਜੀ ਉਹ ਦੇ ਦਿੱਤੀ। ਜਦੋਂ 20 ਜੂਨ ਜਿਹੜੀ ਹੈ ਜੀ ਉਹ ਮਿੱਥੀ ਹੋਈ ਹੈ ਤੇ ਐਤਕੀ 13 ਜਿਹੜੀ ਉਹ ਕਰ ਦਿੱਤੀ। ਜਿਹੜਾ ਅਰਲੀ ਮੌਨਸੂਨ ਹੈ ਜੀ ਉਹ 15 ਜੂਨ ਦੇ ਨੇੜੇ ਤੇੜੇ ਜਿਹੜਾ ਜੀ ਉਹ ਆਉਂਦਾ। ਔਰ ਕਿਉਂਕਿ ਮਾਹਰ ਸਾਰੇ ਜਾਣਦੇ ਆ ਕਿ ਮੌਨਸੂਨ ਜਿਹੜਾ ਜੀ ਜਦੋਂ ਉਹ ਪੈਂਦਾ ਉਹ ਦਬਾਓ ਬਣਦਾ ਗਰਮੀ ਦਾ, ਜਿਹਦੇ ਨਾਲ ਇਹ ਮੌਨਸੂਨ ਵਰਦਾ। ਵੈਸੇ ਤਾਂ ਐਤਕੀ ਮੌਨਸੂਨ ਜਿਹੜਾ ਜੀ ਉਹ ਕਮਜ਼ੋਰ ਆ ਬਹੁਤੇ ਸਾਰੇ ਥਾਵਾਂ ਦੇ ਉੱਤੇ। ਹਾਂ, ਮੁੰਬਈ ਦੇ ਵਿੱਚ ਮੌਨਸੂਨ ਬਹੁਤ ਜ਼ਿਆਦਾ, ਉੱਥੇ ਤਾਂ ਨੁਕਸਾਨ ਬਹੁਤ ਜਿਹੜਾ ਜੀ ਉਹ ਹੋ ਰਿਹਾ। ਪੰਜਾਬ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਨਮੀ ਜਿਹੜੀ ਸੀ ਉਹ ਆ ਗਈ ਕਿਉਂਕਿ 13 ਨੂੰ ਝੋਨਾ ਲੱਗ ਗਿਆ, ਝੋਨਾ ਲੱਗਣਾ ਸ਼ੁਰੂ ਹੋ ਗਿਆ। ਉਹਦੇ ਨਾਲ ਕੀ ਹੁੰਦਾ ਜੀ ਜਦੋਂ ਕੱਦ ਹੋ ਜਾਂਦਾ ਤੇ ਪਾਣੀ ਛੱਡ ਦਿੱਤਾ ਜਾਂਦਾ, ਨਮੀ ਆ ਜਾਂਦੀ ਆ। ਉਹਦੇ ਨਾਲ ਮੌਨਸੂਨ ਅਰਲੀ ਮੌਨਸੂਨ ਜਿਹੜੀ ਹੈ ਜੀ ਉਹ ਵਰਦੀ ਨਹੀਂ ਗੀ ਕਿਉਂਕਿ ਉਹ ਦਬਾਅ ਨਹੀਂ ਬਣਦਾ, ਉਹ ਪ੍ਰੈਸ਼ਰ ਜਿਹੜਾ ਜੀ ਉਹ ਨਹੀਂ ਬਣਦਾ। ਜਿਹੜੇ ਕਿਸਾਨ ਜਥੇਬੰਦੀਆਂ ਪਹਿਲੀ ਨੂੰ ਝੋਨਾ ਲਾਉਣ ਲੱਗੀਆਂ ਸੀਗੀਆਂ ਉਹ ਝੋਨਾ ਸੜ ਗਿਆ। ਹੁਣ ਫਿਰ ਝੋਨਾ ਜਿਹੜਾ ਜੀ ਉਹ ਸੜ ਰਿਹਾ ਕਿਉਂਕਿ ਬਿਜਲੀ ਦਾ ਜਿਹੜਾ ਜੀ ਉਹ ਚੰਗਾ ਪ੍ਰਬੰਧ ਨਹੀਂ ਹੈਗਾ। ਪਰ ਜਿਹੜੀ ਮੌਨਸੂਨ ਆ ਜੀ ਉਹਨੇ ਆ ਕੇ ਦਸਤਕ ਦਿੱਤੀ ਆ। ਦੇਖਦੇ ਆ ਕਿੰਨਾ ਕੁ ਪੰਜਾਬ ਨੂੰ ਜਿਹੜਾ ਜੀ ਉਹ ਬਚਾਉਂਦੀ ਹੈ। ਚੰਡੀਗੜ੍ਹ, ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਸਾਰੇ ਜਗ੍ਹਾ ਦੇ ਉੱਤੇ ਮੀਂਹ ਜਿਹੜਾ ਜੀ ਉਹ ਪਿਆ ਔਰ ਇਹਦੇ ਨਾਲ ਗਰਮੀ ਤੋਂ ਵੱਡੀ ਰਾਹਤ ਜਿਹੜੀ ਹੈ ਜੀ ਉਹ ਮਿਲੀ ਆ। ਸੂਬੇ ਪ੍ਰਸ਼ਾਸਨ ਜਿਹੜਾ ਜੀ ਉਹ ਦਾਅਵੇ ਤਾਂ ਬਥੇਰਾ ਕਰੀ ਜਾਂਦਾ ਮੌਨਸੂਨ ਦੇ ਨਾਲ ਨਿਪਟਣ ਦਾ, ਪਰ ਕਿਸੇ ਜਗ੍ਹਾ ਦੇ ਉੱਤੋਂ ਕੋਈ ਸਫਾਈ ਜਿਹੜੀਆਂ ਹੋਣ ਦੀਆਂ ਖਬਰਾਂ ਬਹੁਤੀਆਂ ਨਹੀਂ। ਕਾਗਜ਼ਾਂ ਦੇ ਵਿੱਚ ਜਿਹੜੀ ਹੈ ਜੀ ਉਹ ਸਫਾਈ ਕਰ ਦਿੱਤੀ ਜਾਂਦੀ ਹੈ। ਜਿਹੜਾ ਮੌਸਮ ਵਿਭਾਗ ਹੈ ਉਹ ਕਹਿੰਦਾ ਹੈ ਕਿ ਪੰਜਾਬ ਦੇ ਵਿੱਚ ਆਉਂਦੇ ਕੁਝ ਦਿਨਾਂ ਦੇ ਦੌਰਾਨ ਤੇਜ਼ ਹਵਾਵਾਂ ਜਿਹੜੀਆਂ ਚੱਲਣਗੀਆਂ ਤੇ ਮੌਨਸੂਨ ਜਿਹੜਾ ਇੱਥੇ ਸਰਗਰਮ ਹੋ ਜਿਹੜਾ ਜੀ ਉਹ ਸਕਦਾ। ਹਾਲਾਂਕਿ ਜਿਹੜਾ ਮੌਸਮ ਵਿਭਾਗ ਹੈ ਉਹ ਨਾਲ ਦੀ ਨਾਲ ਇਹ ਵੀ ਕਹੀ ਜਾਂਦਾ ਹੈ ਕਿ ਪੰਜਾਬ ਦੇ ਮੌਸਮ ਦੇ ਬਾਰੇ ਦੇ ਵਿੱਚ ਕੋਈ ਵੱਡੀ ਭਵਿੱਖਬਾਣੀ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ ਕਿ ਇੱਥੇ ਮੌਨਸੂਨ ਜਿਹੜਾ ਉਹ ਕਿਹੋ ਜਿਹਾ ਜਿਹੜਾ ਜੀ ਰਹੂਗਾ। ਪਰ ਜਿਹੜੀ ਰਾਹਤ ਮਿਲੀ ਆ ਅਰਲੀ ਮੌਨਸੂਨ ਦੀ ਉਹ ਇਹ ਦੱਸਦੀ ਆ ਕਿ ਅਗਲੇ 2-3 ਦਿਨਾਂ ਦੇ ਵਿੱਚ ਇੱਥੇ ਮੌਨਸੂਨ ਸਰਗਰਮ ਹੋ ਸਕਦਾ ਹੈ। ਇਸ ਵਾਰੀ ਕੋਈ ਹਫ਼ਤਾ ਕੁ ਪਛੜ ਕੇ ਜਿਹੜਾ ਜੀ ਉਹ ਆਇਆ ਸੀਗਾ ਕੇਰਲਾ ਦੇ ਵਿੱਚ, ਜਿੱਥੋਂ ਸਭ ਤੋਂ ਪਹਿਲਾਂ ਦਸਤਕ ਦਿੰਦਾ ਇਹ ਮੌਨਸੂਨ। ਵੈਸੇ 1 ਜੁਲਾਈ ਨੂੰ ਆਮਦ ਜਿਹੜੀ ਆ ਜੀ ਉਹ ਪੰਜਾਬ, ਹਰਿਆਣਾ ਦੇ ਵਿੱਚ ਹੋ ਜਾਂਦੀ ਆ। ਇਸ ਵਾਰੀ ਜਿਹੜਾ ਜੀ ਕੁਝ ਦਿਨ ਪਛੜ ਗਿਆ ਔਰ ਇਹਦਾ ਕਾਰਨ ਜਿਹੜਾ ਉਹ ਪਛੜਨ ਦਾ ਉਹ ਮੈਂ ਤੁਹਾਨੂੰ ਦੱਸਦਾ ਜੀ ਕਿ ਝੋਨਾ ਇੱਥੇ ਇਸ ਵਾਰੀ ਜਿਹੜਾ ਜੀ ਉਹ ਅਰਲੀ ਲੱਗ ਗਿਆ। ਹੁਣ ਸਵਾਲ ਜਿਹੜਾ ਨਾ ਜੀ ਉਹ ਇੱਥੇ ਹੀ ਸਾਰਾ ਉੱਠੂਗਾ ਕਿ ਅੱਜ ਵੀ ਸਾਰਾ ਕੁਝ ਕੁਦਰਤ ਦੇ ਉੱਤੇ, ਨੇਚਰ ਦੇ ਉੱਤੇ ਜਿਹੜਾ ਜੀ ਉਹ ਡਿਪੈਂਡ ਹੈ ਕਿ ਉਹ ਕਦੋਂ ਉਹਦੀ ਜਿਹੜੀ ਆ ਜੀ ਨਜ਼ਰ ਸੁਹੱਲੀ ਹੁੰਦੀ ਹੈ ਤੇ ਫਿਰ ਜਿਹੜਾ ਜੀ ਮੌਸਮ ਬਦਲਦਾ ਤੇ ਉਹਦੇ ਨਾਲ ਪਾਣੀ ਜਿਹੜਾ ਜੀ ਆਉਂਦਾ। ਝੋਨੇ ਦੇ ਚੱਕਰ ਦੇ ਵਿੱਚੋਂ ਨਿਕਲਣ ਦੇ ਵਾਸਤੇ ਇਸ ਵਾਰੀ ਵੱਡਾ ਚਰਚਾ ਜਿਹੜਾ ਜੀ ਜ਼ਰੂਰ ਹੋ ਰਿਹਾ, ਪਰ ਨਿਕਲ ਸਕਦਾ ਪੰਜਾਬ ਉਹਦੇ ਵਿੱਚੋਂ ਜਾਂ ਨਹੀਂ ਜੀ ਇਹ ਤਾਂ ਆਉਣ ਵਾਲੇ ਦਿਨ ਦੱਸਣਗੇ। ਬਸ ਨਿਕਲਣਾ ਜ਼ਰੂਰ ਚਾਹੀਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਬੜੀ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਕਰਦੇ ਨੇ ਖਬਰਾਂ ਤੇ ਨਾਲ ਦੀ ਨਾਲ ਇਹ ਜ਼ਰੂਰ ਦੱਸ ਦਈਏ ਕਿ ਬਲਤੇਜ ਪੰਨੂ ਹੋਰੀ ਅਮਰੀਕਾ ਦੇ ਵਿੱਚ ਆ ਰਹੇ ਨੇ, ਕੈਲੀਫੋਰਨੀਆ ਦੇ ਵਿੱਚ ਆ ਰਹੇ ਨੇ 12, 13 ਤੇ 14 ਤਰੀਕ ਨੂੰ ਤੇ ਤੁਸੀਂ ਵੀ ਇਹਨਾਂ ਨੂੰ ਮਿਲ ਸਕਦੇ ਆ। ਪਰ ਲੋਕੇਸ਼ਨ ਲਈ ਤੇ ਹੋਰ ਜਿਹੜੇ ਇਹਨਾਂ ਦੇ ਪ੍ਰੋਗਰਾਮਾਂ ਬਾਰੇ ਆ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ 4082725200। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।